ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ। ਦੰਡੋਤ ਮੰਦਨੀ ਅਨਕਵਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਬ੍ਰਹਮ ਆਇਆ ਪਰਿਆ ਤਾਂ ਸ਼ਰਨ ਆਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਆਪ ਮੁਕਤ ਹੋਏ ਤਾਰੇ ਜੀ ਐਸੇ ਗੁਰ ਕੋ ਬਲ ਬਲ। ਆਪ ਮੁਕਤ ਹੋਏ ਤਾਰੇ ਐਸੇ ਗੁਰ ਕੋ ਬਲ ਬਲ ਜਾਏ।
पतनम शिकारी। ऐसे गुर को बल बल जाइए आप मुक्त मोए तारे। कवन 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 गुण कहिए अंत नहीं किछ पारै। लाख 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 कई को है ऐसो विचारै। बिसम 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 ही पई है लाल गुलाल अंगारै। कौ नानक संतन रसाई है ज्यों चाख गूंगा मुस्कारै। आप मुक्त मोए तारे ऐसे गुना तो बल बल। आप मुक्त मोए तारे ऐसे गुना तो बल बल। जय कारोबार संकोच रहे हुए आप गुरु दरबार विच पहुंचे हो। सतगुर पुरख है गम है निर्वैर निराला।
ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਗੁਰੂਆਂ ਵਿੱਚ ਦਰਜਾ, ਇਹ ਇੱਕ ਬੜੇ ਭੁਲੇਖੇ ਦੀ ਬਾਤ ਹੈ। ਗੁਰੂ ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਹੀ ਹੁੰਦੇ ਆਏ ਨੇ। ਜਦ ਤੱਕ ਸੰਸਾਰ ਰਹਿਣਾ ਉਸ ਵੇਲੇ ਤੱਕ ਉਹਨਾਂ ਨੇ ਰਹਿਣਾ। ਚਾਹੇ ਹਿਸਾਬ ਪੜ੍ਹਾਉਣ ਵਾਲਾ ਹੈ, ਚਾਹੇ ਮੈਡੀਕਲ ਸਾਇੰਸ ਪੜ੍ਹਾਉਣ ਵਾਲਾ ਹੈ, ਚਾਹੇ ਇੰਜੀਨੀਅਰਿੰਗ ਪੜ੍ਹਾਉਣ ਵਾਲਾ ਹੈ। ਅੰਗਰੇਜ਼ੀ 'ਚ ਅਸੀਂ ਉਹਨੂੰ ਮਾਸਟਰ ਕਹਿੰਦੇ ਹਾਂ, ਟੀਚਰ ਕਹਿੰਦੇ ਹਾਂ, ਪ੍ਰੋਫੈਸਰ ਕਹਿੰਦੇ ਹਾਂ, ਅਨੇਕਾਂ ਨਾਮ ਰੱਖੇ ਨੇ, ਉਸਤਾਦ ਕਹਿੰਦੇ ਹਾਂ। ਲੇਕਿਨ ਇਹ ਭਾਰਤ ਵਰਸ਼ ਦੀ ਜੋ ਸੰਸਕ੍ਰਿਤੀ ਸੀ, ਇਹਦੇ ਵਿੱਚ ਕੁਛ ਆਦਰ ਜ਼ਿਆਦਾ ਸੀ ਇਹਨਾਂ ਵਾਸਤੇ। ਜਦ ਤੋਂ ਟੀਚਰ ਅੱਖਰ ਆ ਗਿਆ, ਸਟੂਡੈਂਟ ਦਾ ਸੰਬੰਧ ਟੀਚਰ ਨਾਲ ਬਹੁਤ ਪਤਲਾ ਹੋ ਗਿਆ, ਮਾਸਟਰ ਨਾਲ ਪਤਲਾ ਹੋ ਗਿਆ। ਲੇਕਿਨ ਜੋ ਗੁਰੂ ਸੀ ਉਸ ਦੇ ਨਾਲ ਸੰਬੰਧ ਬਹੁਤ ਗਾੜਾ ਹੋਇਆ ਕਰਦਾ ਸੀ। ਸੇਵਾ ਕਰਨੀ, ਉਹਦਾ ਹੁਕਮ ਮੰਨਣਾ, ਉਹਦੀ ਦੱਸੀ ਹੋਈ ਮਰਿਆਦਾ 'ਤੇ ਚੱਲਣਾ, ਭਾਵੇਂ ਉਹ ਪਰਾ ਵਿਦਿਆ ਦਾ ਉਸਤਾਦ ਹੈ ਚਾਹੇ ਅਪਰਾ ਵਿਦਿਆ ਦਾ। ਜੋ ਪਰਾ ਵਿਦਿਆ ਦਾ ਉਸਤਾਦ ਹੁੰਦਾ, ਜਿਸ ਨੂੰ ਗੁਰੂ ਆਖਦੇ ਸੀ, ਉਹਦੀ ਖਾਸ ਵਡਿਆਈ ਹੋਇਆ ਕਰਦੀ ਸੀ, ਖਾਸ ਸ਼ਰਧਾ ਹੋਇਆ ਕਰਦੀ ਸੀ, ਕਿਉਂਕਿ ਉਸਨੇ ਇਸ ਜੀਵ ਨੂੰ ਰਾਹ ਦੱਸਣਾ ਹੁੰਦਾ, ਹਨੇਰੇ 'ਚੋਂ ਕੱਢਣਾ ਹੁੰਦਾ, ਪ੍ਰਕਾਸ਼ 'ਚ ਪਾਉਣਾ ਹੁੰਦਾ। ਸੋ ਇਹ ਆਦਿ ਜਗਾਤ ਤੋਂ ਚਲਿਆ ਆਉਂਦਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਅਨੰਦਪੁਰ ਦਾ ਘੋਰ ਸੰਗਰਾਮ ਹੋ ਰਿਹਾ। ਚਿੱਠੀ ਆਉਂਦੀ ਹੈ ਕਿ ਤੁਸੀਂ ਕਾਹਨੂੰ ਇੰਨੀ ਤਕਲੀਫ ਕੱਟ ਰਹੇ ਹੋ, ਝਗੜਾ ਇੰਨਾ ਹੀ ਹੈ, ਤੁਸੀਂ ਕਿਲ੍ਹਾ ਖਾਲੀ ਕਰ ਦਿਓ ਅਤੇ ਸਾਨੂੰ ਵੀ ਐਂ ਹੋ ਜਾਏਗਾ। ਤੁਸੀਂ ਤਾਂ ਸਾਰਾ ਭਾਰਤ ਵਰਸ਼ ਤੁਹਾਡਾ ਹੈ, ਜਿੱਥੇ ਤੁਹਾਡਾ ਜੀਅ ਕਰਦਾ ਚਲੇ ਜਾਓ, ਅਤੇ ਅਸੀਂ ਵੀ ਫੇਸ ਸੇਵਿੰਗ ਕਰ ਲਾਂਗੇ। ਮਹਾਰਾਜ ਕਹਿੰਦੇ ਛਾਲ ਹੈ, ਇਹ ਕਪਟ ਹੈ। ਕਪਟ ਨੰਗਾ ਕਰ ਦਿੱਤਾ। ਦੂਜੀ ਵਾਰੀ ਫੇਰ ਆਇਆ, ਉਦੋਂ ਵੱਧ ਕਸਮਾਂ ਖਾਧੀਆਂ ਗਈਆਂ। ਕੁਰਾਨ ਸ਼ਰੀਫ ਬੜੇ ਆਦਰ ਅਤੇ ਸਤਿਕਾਰ ਨਾਲ ਲੈ ਕੇ ਉੱਥੇ ਪਹੁੰਚਦੇ ਨੇ। ਮਹਾਰਾਜ ਜੀ ਨੇ ਇੱਕ ਵਚਨ ਕਿਹਾ ਉਸ ਥਾਂ ਦੇ ਉੱਤੇ, ਇਤਿਹਾਸਾਂ 'ਚ ਆਉਂਦਾ। ਮਹਾਰਾਜ ਕਹਿੰਦੇ ਜੇ ਕੁਰਾਨ ਦੀ ਇੱਜ਼ਤ ਅਸੀਂ ਨਾ ਰੱਖੀ ਤਾਂ ਸੰਸਾਰ 'ਚ ਕੌਣ ਰੱਖੂਗਾ। ਇਹ ਸਾਡਾ ਫਰਜ਼ ਬਣ ਜਾਂਦਾ ਧਰਮ ਪੁਸਤਕਾਂ ਦੀ ਇੱਜ਼ਤ ਕਰਨੀ, ਵੇਦ ਦੀ, ਕੁਰਾਨ ਦੀ। ਇਹ ਮੂਰਖ ਲੋਕ ਨੇ ਜਿਹੜੇ ਬੇਅਦਬੀਆਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ, ਕੁਰਾਨ ਸ਼ਰੀਫ ਦੀ, ਵੇਦਾਂ ਦੀ। ਮਹਾਰਾਜ ਕਹਿੰਦੇ ਜਦੋਂ ਇਹ ਜਾਮਨ ਆ ਗਿਆ, ਹੁਣ ਸਾਨੂੰ ਕਿੰਨੀਆਂ ਹੀ ਤਕਲੀਫਾਂ ਕਿਉਂ ਨਾ ਹੋਣ, ਅਸੀਂ ਇਹਦਾ ਮਾਣ ਰੱਖਣਾ ਹੈ ਕੁਰਾਨ ਸ਼ਰੀਫ ਦਾ। ਜਿਨ੍ਹਾਂ ਨਾਲ ਸਾਡਾ ਯੁੱਧ ਹੋ ਰਿਹਾ ਉਹਨਾਂ ਦਾ ਇਹ ਇਸ਼ਟ ਹੈ, ਇਸ਼ਟ ਦਾ ਅਸੀਂ ਮਾਣ ਰੱਖਣਾ। ਭਾਵੇਂ ਛੜ ਦਿਸਦਾ ਸੀ। ਮਹਾਰਾਜ ਨੇ ਵਚਨ ਵੀ ਕੀਤਾ ਵੀ 7 ਦਿਨ ਹੋਰ ਠਹਿਰੋ, ਪਰ ਕਾਹਲ ਬਹੁਤ ਪਈ ਹੋਈ ਸੀ। ਅਖੀਰ ਕਿਲ੍ਹਾ ਛੱਡ ਦਿੱਤਾ। ਕਾਫੀ ਦੂਰ ਆ ਜਾਂਦੇ ਨੇ ਅਤੇ ਪਿੱਛੋਂ ਹੱਲਾ ਕਰ ਦਿੱਤਾ। ਭਾਈ ਉਦੈ ਸਿੰਘ, ਜਿਸ ਨੇ ਮਸਤ ਹਾਥੀ ਦੇ, ਜਿਸ ਨੇ ਰਾਜੇ ਦਾ ਸੀਸ ਕੱਟਿਆ ਸੀ ਜਸਵਾਲੀਏ ਦਾ, ਉਹ ਪਿੱਛੇ ਰੁਕ ਗਿਆ। ਸਾਹਿਬਜ਼ਾਦੇ ਦਾ ਉਸਨੂੰ ਪਤਾ ਲੱਗਿਆ ਵੀ ਘਿਰ ਗਿਆ। ਸਾਹਿਬ ਅਜੀਤ ਸਿੰਘ ਨੂੰ ਕੱਢ ਦਿੱਤਾ ਗਿਆ, ਘੇਰੇ ਦੇ ਵਿੱਚੋਂ ਆਪ ਆ ਗਿਆ। ਉਸ ਤੋਂ ਬਾਅਦ ਉੱਥੇ ਸ਼ਹਾਦਤ ਪ੍ਰਾਪਤ ਹੋ ਗਈ। ਉਹਦਾ ਥਾਂ ਜੀਵਨ ਸਿੰਘ ਜੀ ਨੇ ਲੈ ਲਿਆ, ਜੋ ਸੀਸ ਲੈ ਕੇ ਆਏ ਸੀ ਗੁਰੂ 9ਵੇਂ ਪਾਤਸ਼ਾਹ। ਇੱਧਰ ਸਾਸਾ ਚੜਿਆ ਹੋਇਆ। ਗੁਰੂ ਮਹਾਰਾਜ ਨਾਲ ਜਿੰਨਾ ਲਿਟਰੇਚਰ 102 ਲਿਖਾਰੀਆਂ ਨੇ ਲਿਖਿਆ ਸੀ, ਉਹ ਗੱਡਿਆਂ ਦੇ ਉੱਤੇ ਲੱਦਿਆ ਹੋਇਆ ਨਾਲ ਹੈ। ਬਹੁਤ ਵੱਡਾ ਲਿਟਰੇਚਰ ਮਹਾਰਾਜ ਨੇ ਸਾਡੇ ਵਾਸਤੇ, ਸਾਡੀ ਗਿਆਤ ਵਾਸਤੇ 52 ਲਿਖਾਰੀ ਅਤੇ ਕਵੀ ਅਤੇ 50 ਲਿਖਾਰੀ ਲਗਾਤਾਰ 102 ਲਿਖਦੇ ਰਹੇ। ਅਤੇ ਖਰਚ ਕਿੰਨਾ ਕਰਿਆ? ਇਕੱਲੇ ਮਹਾਭਾਰਤ ਦੇ ਉੱਤੇ 2 ਲੱਖ ਰੁਪਈਆ ਖਰਚ ਹੋਇਆ। ਉਹਨੂੰ ਜਦ ਮੰਗਲ ਕਵੀ ਨੂੰ ਭੇਜਿਆ ਗਿਆ, 100-200 ਬੰਦਾ ਉਹਦੀ ਰਾਖੀ ਵਾਸਤੇ ਭੇਜਿਆ। ਰਾਏਪੁਰ ਰਾਣੀ ਨੂੰ ਭੁਲੇਖਾ ਪੈ ਗਿਆ
ਕਿ ਕੋਈ ਦੁਸ਼ਮਣ ਚੜ੍ਹਿਆ ਹੁੰਦਾ। ਉਹਨੇ ਕਿਲੇ ਚੋਂ ਫਾਇਰ ਕਰਿਆ, ਝੰਡਾ ਕੱਢਿਆ ਉਹਨਾਂ ਨੇ ਚਿੱਟਾ, ਰਾਣੀ ਦੇ ਕੋਲ ਆ ਗਏ। ਰਾਣੀ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਗੁਰੂ ਦਸ਼ਮੇਸ਼ ਪਿਤਾ ਦੇ ਦਰਬਾਰ 'ਚੋਂ ਆਏ ਹਾਂ। ਉਸ ਬਾਦਸ਼ਾਹ ਨੇ ਲਿਟਰੇਚਰ ਦੀ ਕਦਰ ਕਰਦੇ ਹੋਇਆਂ ਨੇ ਇੰਨਾ ਧਨ ਦੇ ਦਿੱਤਾ ਕਿ ਰਾਜਿਆਂ ਨੂੰ ਭੁਲੇਖਾ ਪੈ ਗਿਆ ਕਿ ਕੋਈ ਦੁਸ਼ਮਣ ਚੜ੍ਹਿਆ ਰਿਹਾ। ਇੰਨੇ ਦਿਆਲੂ ਕਿਰਪਾਲੂ ਬਾਦਸ਼ਾਹ, ਬੜਾ ਲਿਟਰੇਚਰ ਤਿਆਰ ਹੋਇਆ, ਲੇਕਿਨ ਸਰਸੇ ਅੱਗੇ ਚੜ੍ਹਿਆ ਹੋਇਆ, ਉਹ ਕੋਈ ਤਰੀਕਾ ਨਹੀਂ ਲੰਘਣ ਦਾ। ਉਸ ਵੇਲੇ ਦੁਸ਼ਮਣ ਆ ਰਿਹਾ ਹੈ ਅਤੇ ਮਹਾਰਾਜ ਨੇ ਕਿਹਾ, ਭਾਈ ਠੀਕ ਹੈ, ਆਤਮਿਕ ਖੁਰਾਕ ਅੱਜ ਨਹੀਂ ਮਿਲੀ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਏ। ਸਰਸੇ ਦੇ ਕੰਢੇ 'ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਅਤੇ ਨੇੜੇ ਹੀ ਲੜਾਈ ਹੋ ਰਹੀ ਹੈ। ਭੋਗ ਪਿਆ ਤੇ 3 ਹਿੱਸਿਆਂ 'ਚ ਮਹਾਰਾਜ ਜੀ ਨੇ ਵੰਡ ਦਿੱਤੇ। ਮਾਤਾਵਾਂ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਮਨੀ ਸਿੰਘ ਜੀ ਦੇ ਨਾਲ ਤੋਰ ਦਿੱਤੇ ਵੀ ਤੁਸੀਂ ਇਹਨਾਂ ਨੂੰ ਲੈ ਕੇ ਦਿੱਲੀ ਪਹੁੰਚੋ। ਪਹਿਲਾਂ ਉਹ ਹਰਿਦੁਆਰ ਪਹੁੰਚਦੇ ਨੇ, ਉੱਥੋਂ ਫਿਰ ਹੌਲੀ ਹੌਲੀ ਭੇਸ ਵਟਾ ਕੇ ਦਿੱਲੀ ਤੱਕ ਜਾਂਦੇ ਨੇ। ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੂਸਰੇ ਦਲ ਵਿੱਚ ਕਰ ਦਿੱਤਾ, ਹਦਾਇਤਾਂ ਦੇਤੀਆਂ ਵੀ ਕਿੱਥੇ ਪਹੁੰਚਣਾ। ਆਪ ਥੋੜ੍ਹੇ ਸਿੰਘਾਂ ਦੇ ਨਾਲ ਸਰਸਾ ਪਾਰ ਕਰ ਰਹੇ ਨੇ। ਪਾਲਕੀਆਂ ਨੂੰ ਪਾਰ ਕਰਦੇ ਬਹੁਤ ਸਾਰੇ ਸਿੰਘ ਦਰਿਆ ਦੇ ਵਿੱਚ ਹੜ ਗਏ। ਮਹਾਰਾਜ ਜੀ ਦੇ ਨਾਲ ਸਿਰਫ ਥੋੜ੍ਹੇ ਜਿਹੇ ਸਿੰਘ ਬਾਹਰ ਨਿਕਲੇ, ਜਿਨ੍ਹਾਂ 'ਚੋਂ ਕਾਫੀ ਆ ਕੇ ਰੋਪੜ ਤੱਕ ਸ਼ਹੀਦੀਆਂ ਹੀ ਪ੍ਰਾਪਤ ਕਰਦੇ ਕਰਦੇ ਅਖੀਰ ਆਪ ਨਿਹੰਗ ਖਾਨ ਦੇ ਕਿਲੇ ਵਿੱਚ ਠਹਿਰੇ। ਇੱਕ ਰਾਤ ਕੱਟੀ ਉੱਥੇ ਮਹਾਰਾਜ ਨੇ। ਨਿਹੰਗ ਖਾਨ ਪਠਾਨ, ਉਸਨੇ ਆਪਣੀ ਜਾਨ ਦੀ ਬਾਜੀ ਲਾ ਕੇ ਰਾਖੀ ਕਰੀ, ਕਿਲੇ 'ਤੇ ਸਖਤ ਪਹਿਰੇ ਲਾ ਦਿੱਤੇ। ਇੱਥੇ ਇੱਕ ਬੇਨਤੀ ਹੈ ਕਿ ਕਈ ਪ੍ਰੇਮੀ ਇਹ ਕਹਿੰਦੇ ਨੇ ਕਿ ਜੀ ਮੁਸਲਮਾਨ ਦਾ ਇਤਬਾਰ ਨਾ ਕਰੋ, ਭਾਵੇਂ ਉਹ ਲੱਖਾਂ ਸਗੰਧਾਂ ਖਾ ਲੇ। ਬੜੀ ਗਲਤੀ ਹੈ ਉਹਨਾਂ ਦੀ, ਕਿਉਂਕਿ ਇਤਿਹਾਸਕ ਤੱਥਾਂ ਤੋਂ ਜੇ ਅਸੀਂ ਦੇਖੀਏ ਤਾਂ ਗੁਰੂ ਮਹਾਰਾਜ ਨਾਲ ਜਿਹੜਾ ਸਾਡੀ ਜਿੰਨੀ ਬਾਣੀ ਰਾਗਾਂ 'ਚ ਆਈ ਆ, ਉਹ ਮਰਦਾਨੇ ਕਰਕੇ ਆਈ ਹੈ। ਉਹ ਤਾਂ ਅਮਰ ਯਾਦ ਹੈ ਉਸ ਦੀ, ਮਰਦਾਨੇ ਦੀ। ਜੇ ਉਸੇ ਕੌਮ ਨੂੰ ਅਸੀਂ ਨਫ਼ਰਤ ਕਰੀਏ ਤਾਂ ਫਿਰ ਤਾਂ ਸਾਡਾ ਗਲਤ ਹੈ। ਬਾਬਾ ਫਰੀਦ ਵਿੱਚ ਬੈਠੇ ਨੇ, ਬੇਅੰਤ ਬੈਠੇ ਨੇ। ਅਤੇ ਜੇ ਮਹਾਰਾਜ ਇਹ ਗੱਲ ਕਹਿੰਦੇ ਤਾਂ ਨਿਹੰਗ ਖਾਨ ਦੇ ਕਿਲੇ ਵਿੱਚ ਕਿਵੇਂ ਆ ਜਾਂਦੇ? ਇਹ ਨਿਰਮੂਲ ਬਾਤਾਂ ਨੇ ਸਾਰੀਆਂ, ਬਾਅਦ ਵਿੱਚ ਚਲਾਕ ਬੰਦਿਆਂ ਨੇ ਆ ਪੇਖ ਕਰਕੇ, ਮਿਲਾਵਟਾਂ ਕਰਕੇ ਸਾਨੂੰ ਧੋਖੇ 'ਚ ਰੱਖਣ ਵਾਸਤੇ ਪਾ ਦਿੱਤੀਆਂ। ਉਸੇ ਵੇਲੇ ਗੁਰੂ ਮਹਾਰਾਜ ਦਾ ਜਦ ਪਤਾ ਚੱਲਦਾ ਹੈ, ਬੁੱਧ ਚੰਦ ਚਮਕੌਰ ਸਾਹਿਬ ਦਾ ਚੌਧਰੀ ਗੁਰੂ ਮਹਾਰਾਜ ਕੋਲ ਆਉਂਦਾ ਹੈ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੀ ਕੁਰਬਾਨੀ ਕਰੀ ਹੈ, ਹੋਰ ਤਾਂ ਅਸੀਂ ਤੁਹਾਡੀ ਮਦਦ ਕੋਈ ਨਹੀਂ ਕਰ ਸਕਦੇ, ਤੁਸੀਂ ਇੱਥੇ ਰੋਪੜ ਨਾ ਠਹਿਰੋ, ਚਮਕੌਰ ਚਲੋ। ਉੱਚੀ ਗੜੀ ਹੈ, ਉਹ ਸਾਹ 'ਤੇ ਕੁਛ ਮੁਕਾਬਲਾ ਹੋ ਸਕਦਾ, ਇਹ ਮੈਦਾਨ ਵਿੱਚ ਨਹੀਂ ਹੋਣਾ। ਮਹਾਰਾਜ ਜੀ ਚਮਕੌਰ ਸਾਹਿਬ ਨੂੰ ਚੱਲ ਪੈਂਦੇ ਨੇ। ਬੜਾ ਭਿਆਨਕ ਉੱਥੇ ਯੁੱਧ ਹੁੰਦਾ ਹੈ। ਸਾਹਿਬਜ਼ਾਦੇ 2 ਸ਼ਹੀਦ ਹੋ ਜਾਂਦੇ ਨੇ। ਦਿਨ ਭਰ ਲੜਾਈ ਹੁੰਦੀ ਹੈ। ਗੁਰੂ ਮਹਾਰਾਜ ਜੀ 5 ਸਿੰਘਾਂ ਦਾ ਹੁਕਮ ਮੰਨ ਕੇ ਇਹ ਸ਼ਰਤ 'ਤੇ ਬਾਹਰ ਜਾਂਦੇ ਆ ਕਿ ਅਸੀਂ ਚੋਰੀ ਨਹੀਂ ਜਾਣਾ, ਅਸੀਂ ਦੱਸ ਕੇ ਜਾਣਾ। ਉਸ ਵੇਲੇ ਮਹਾਰਾਜ ਜੀ ਨੇ ਰਾਤ ਨੂੰ ਅੱਧੀ ਰਾਤ ਨਰਸਿੰਘਾ ਵਜਾਇਆ। ਪਤਾ ਲੱਗਿਆ ਵੀ ਕਿ ਅਟੈਕ ਹੋਣ ਵਾਲਾ ਅੰਦਰੋਂ। ਫੌਜਾਂ ਖਬਰਦਾਰ ਹੋ ਗਈਆਂ ਸਾਰੀਆਂ। ਮਹਾਰਾਜ ਜੀ ਨਿਕਲ ਜਾਂਦੇ ਨੇ 3 ਸਿੰਘਾਂ ਦੇ ਨਾਲ, ਅਤੇ ਉੱਚੀ ਟਿੱਬੀ 'ਤੇ ਜਾ ਕੇ ਉਹਨਾਂ ਨੇ ਪੀਰੇ ਹਿੰਦ ਮੇ ਰਵੀ, ਹਿੰਦੁਸਤਾਨ ਦਾ ਪੀਰ ਜਾ ਰਿਹਾ, ਫੜ ਲਓ ਜਿਹਨੇ ਫੜਨਾ। ਆਹ ਮਾਛੀਵਾੜੇ ਪਹੁੰਚਦੇ ਨੇ। ਉਹ ਸਾਂ 'ਤੇ ਕੌਤਕ ਹੁੰਦਾ ਅਤੇ ਉੱਥੋਂ ਨਿਕਲ ਕੇ ਆਪ ਆਹਿਸਤਾ ਆਹਿਸਤਾ ਰਾਏ ਕੱਲੇ ਦੇ ਪਾਸ ਪਹੁੰਚ ਜਾਂਦੇ ਆ। ਰਾਏ ਕੱਲਾ ਮੁਸਲਮਾਨ ਨਵਾਬ ਸੀ, ਸ਼ਰਧਾਲੂ ਸੀ, ਅਤੇ ਉਹ ਲੈ ਜਾਂਦਾ। ਅਤੇ ਕੱਢਣ ਵਾਲੇ ਕੌਣ ਨੇ? ਗਨੀ ਖਾਂ, ਨਵੀ ਖਾਂ। ਗਵਾਹੀ ਦਾ ਦੇਣ ਵਾਲਾ ਕੌਣ ਹੈ? ਸਲੋਹ ਵਾਲਾ ਪੀਰ। ਇਹ ਫਰੈਂਡ ਇਨ ਨੀਡ ਹੈ, ਫਰੈਂਡ ਇਨ ਡੀਡ। ਵਕਤ ਪਏ ਤੇ ਜਿਹੜਾ ਕੰਮ ਆਵੇ ਉਹ ਮਿੱਤਰ ਹੋਇਆ ਕਰਦਾ। ਕਿਸ ਤਰ੍ਹਾਂ ਅਸੀਂ ਕਿਸੇ ਕੌਮ ਨੂੰ ਬੁਰਾ ਕਹਿ ਸਕਦੇ ਹਾਂ? ਗੱਲਾਂ ਨੇ ਜੋਸ਼ ਦਿਵਾਉਣ ਵਾਲੀਆਂ, ਜਦ ਅਸੀਂ ਪਰਖਦੇ ਹਾਂ ਤਾਂ ਗੱਲ ਹੋਰ ਨਿਕਲਦੀ ਹੈ।
ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਉੱਥੋਂ ਭੇਜਿਆ ਮਾਹੀ ਨੂੰ ਕਿ ਅੱਜ ਜਾ ਤੂੰ ਸਰੰਦ ਜਾ ਕੇ ਪਤਾ ਕਰ, ਕਿਉਂਕਿ ਉੜਦੀ ਗੱਲ ਦਾ ਪਤਾ ਲੱਗ ਗਿਆ ਸੀ ਕਿ ਮਾਤਾ ਗੁਜਰੀ ਜੀ ਦਰਿਆ ਦੇ ਕੰਢੇ ਉੱਥੇ ਇੱਕ ਝੌਂਪੜੀ ਸੀ ਮਾਸ਼ਕੀ ਦੀ। ਉਹ ਮਾਸ਼ਕੀ ਦੀ ਝੌਂਪੜੀ ਵਿੱਚ 2 ਦਿਨ ਰਹੇ। ਠੰਡ ਦੇ ਵਿੱਚ ਕੱਪੜਾ ਕੋਈ ਨਹੀਂ ਹੈ। ਉੱਥੋਂ ਆ ਕੇ ਗੰਗੂ ਬ੍ਰਾਹਮਣ ਨਾਲ ਲੈ ਗਿਆ। ਬੜਾ ਉਸਨੇ ਕਿਹਾ ਕਿ ਮਹਾਰਾਜ ਮਾਤਾ ਜੀ ਮੇਰਾ ਘਰ ਬਹੁਤ ਸੁਰੱਖਿਅਤ ਹੈ, ਤੁਸੀਂ ਉੱਥੇ ਚੱਲੋ। ਨਿਗਾਹ ਉਸ ਦੀ ਕਾਹਦੇ ਤੇ ਸੀ? ਇੱਕ ਖੱਚਰ ਧਨ ਦੀ ਭਰੀ ਹੋਈ ਸੀ। ਇਹ ਕੰਮਾ ਮਾਸ਼ਕੀ ਜੋ ਸੀ, ਬੜੀ ਇਹਨੇ ਗੁਪਤ ਤਰੀਕੇ ਨਾਲ ਸੇਵਾ ਕਰੀ। ਤੇ ਉੱਥੇ ਇੱਕ ਲਛਮਣੀ ਬ੍ਰਾਹਮਣੀ ਸੀ ਜਿਹੜੀ ਵੇਲੇ ਪ੍ਰਸ਼ਾਦੇ ਲਿਆ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਛਕਾ ਜਾਂਦੀ ਸੀ, ਕਿਸੇ ਨੂੰ ਸ਼ੱਕ ਨਾ ਪਵੇ, ਐਸੇ ਤਰ੍ਹਾਂ ਨਾਲ ਆਉਂਦੀ ਸੀ। ਇਹ ਲੈ ਆਇਆ, ਇਹਨੇ ਆਉਂਦੇ ਹੀ ਰੌਲਾ ਪਾਤਾ ਕਿ ਚੋਰਾਂ ਨੂੰ ਚੋਰ ਲੈ ਗਏ ਪੈਸਾ। ਮਾਤਾ ਜੀ ਕਹਿਣ ਲੱਗੇ ਬੇਟਾ ਪੈਸੇ ਦੀ ਤੈਨੂੰ ਲੋੜ ਹੈ, ਤੂੰ ਰੱਖ ਲੈ, ਇਹ ਗੱਲ ਨਾ ਕਰ। ਇਸ ਵੇਲੇ ਸਮਾਂ ਬੜਾ ਨਾਜ਼ੁਕ ਹੈ, ਕੋਠੇ ਤੇ ਚੜ੍ਹ ਕੇ ਰੌਲਾ ਨਾ ਪਾ। ਉਹ ਜਾ ਕੇ ਮਰਿੰਡੇ ਸ਼ਿਕਾਇਤ ਕਰ ਦਿੰਦਾ ਹੈ ਤੇ ਉੱਥੋਂ ਆ ਕੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਇੱਕ ਰਾਤ ਜੇਲ੍ਹ ਦੇ ਵਿੱਚ ਰੱਖਦੇ ਨੇ। ਐਸਾ ਇਤਿਹਾਸ ਵਿੱਚ ਲਿਖਿਆ ਕਿ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਵੀ ਲਾਤੀਆਂ ਤੇ ਬੇੜੀਆਂ ਵੀ ਲਾ ਦਿੱਤੀਆਂ, ਜਿਵੇਂ ਕੋਈ ਬਹੁਤ ਵੱਡੇ ਗੁਨਾਹਗਾਰ ਹੱਥ ਆਏ ਹੁੰਦੇ ਨੇ। ਜੋ ਸੰਤ ਬਾਬੇ ਅਜੀਤ ਸਿੰਘ ਨਥਲਪੁਰ ਵਾਲੇ, ਇਹਨਾਂ ਦਾ ਰਥ ਇਹਨਾਂ ਦੇ ਬਜ਼ੁਰਗਾਂ ਤੋਂ ਮੰਗਾਇਆ। ਉਹ ਰਥ 'ਚ ਬਿਠਾ ਕੇ ਆਪ ਸਰੰਦ ਲੈ ਜਾਂਦੇ, ਬਸੀ ਲੈ ਗਏ ਤੇ ਬਸੀ ਤੋਂ ਨੈਕਸਟ ਡੇ ਇਹੀ ਥਾਣੇਦਾਰ ਜਿਹੜਾ ਸੀ ਇਹ ਸਰੰਦ ਲੈ ਆਉਂਦਾ। ਸੋ ਇਹ ਜੋ ਸਾਰਾ ਵਾਕਾ ਸੀ, ਜਿਸ ਵਕਤ ਮਹਾਰਾਜ ਜੀ ਨੇ ਭੇਜਿਆ ਮਾਹੀ ਨੂੰ ਵੀ ਤੂੰ ਜਾ ਕੇ ਖਬਰ ਲੈ ਕੇ ਆ। ਬੜਾ ਚੁਸਤ ਬੰਦਾ ਸੀ, ਹੁਸ਼ਿਆਰ ਸੀ। ਉਹ ਜਦ ਖਬਰ ਲੈ ਕੇ ਜਾਂਦਾ ਹੈ, ਮਹਾਰਾਜ ਜੀ ਉਸ ਦਾ ਇੰਤਜ਼ਾਰ ਕਰ ਰਹੇ ਨੇ। ਥੋੜਾ ਲੇਟ ਹੋ ਗਿਆ। ਮਹਾਰਾਜ ਜੀ ਨੇ ਕਿਹਾ ਦੇਖੋ ਮਾਹੀ ਆ ਰਿਹਾ ਹੈ, ਆਪ ਬਾਹਰ ਪਲੰਗ ਤੇ ਬੈਠੇ ਨੇ। ਕਹਿੰਦੇ ਮਹਾਰਾਜ ਦਿਸਦਾ ਨਹੀਂ। ਫਿਰ ਮਹਾਰਾਜ ਨੇ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ ਵੀ ਦੇਖੋ ਤਾਂ ਅਖੀਰ ਗਿਆ ਦਰਖਤ ਦੇ ਉੱਤੇ ਚੜ੍ਹ ਕੇ ਦੇਖੋ। ਉੱਚਾ ਬੋਹੜ ਦਾ ਦਰਖਤ ਸੀ, ਉਹਦੇ ਉੱਤੇ ਚੜ੍ਹੇ ਤਾਂ ਪਤਾ ਲੱਗਿਆ ਵੀ ਹਾਂ ਜੀ, ਕਹਿੰਦੇ ਆ ਰਿਹਾ, ਖਬਰ ਲੈ ਕੇ ਆ ਰਿਹਾ। ਉਸ ਵੇਲੇ ਉਹ ਮਾਹੀ ਗੁਰੂ ਮਹਾਰਾਜ ਦੇ ਹਜ਼ੂਰ ਪੇਸ਼ ਹੁੰਦਾ ਹੈ ਤੇ ਬਚਨ ਨਹੀਂ ਉਹ ਕਰਦਾ, ਰੋਈ ਜਾਂਦਾ। ਰੋ ਕੇ ਬਚਨ ਕਰਦਾ। ਮਹਾਰਾਜ ਕਹਿੰਦੇ ਤੂੰ ਬਚਨ ਤਾਂ ਦੱਸ, ਕੀ ਹੋਇਆ, ਕਿਵੇਂ ਹੋਇਆ? ਕਹਿੰਦਾ ਮਹਾਰਾਜ ਮੈਂ ਦੱਸ ਨਹੀਂ ਸਕਦਾ। ਜਿਹੜਾ ਕੰਮ ਤੁਹਾਡੇ ਟਰਸਟਡ ਬੰਦਿਆਂ ਨੇ ਕੀਤਾ ਹੈ, ਭਰੋਸੇ ਵਾਲਿਆਂ ਨੇ, ਗੰਗੂ ਤੁਹਾਡੇ ਕੋਲ ਲੰਗਰ 'ਚ ਸੇਵਾ ਕਰਨ ਵਾਲਾ ਬੰਦਾ, ਸੱਚੇ ਪਾਤਸ਼ਾਹ, ਉਸ ਨੇ ਬਹੁਤ ਬੁਰਾ ਕੀਤਾ, ਬੇਮੁਖ ਹੋ ਗਿਆ, ਮਨਮੁਖ ਹੋ ਗਿਆ। ਸੋ ਉਸ ਨੇ ਜਾ ਕੇ ਮਹਾਰਾਜ ਖਬਰ ਕਰ ਦਿੱਤੀ। ਕਹਿੰਦੇ ਵਿਪਰ ਜਿਹੜਾ ਸੀ, ਜਨਮ ਵਿਪਰ ਦਾ ਸੀ ਤੇ ਕੰਮ ਉਸਨੇ ਚੰਡਾਲਾਂ ਵਾਲਾ ਕੀਤਾ। ਸੋ ਐਸਾ ਜੋ ਬੰਦਾ ਹੁੰਦਾ ਹੈ, ਨੂਣ ਖਾ ਕੇ ਬੁਰਾ ਕਰਨ ਵਾਲਾ, ਭਰੋਸਾ ਦੇ ਕੇ ਕੀਰਤਗਨ ਬਣਨ ਵਾਲਾ, ਬੇਵਫਾ ਬਣਨ ਵਾਲਾ, ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਫਰਮਾਨ ਹੁੰਦਾ। ਉਸ ਨੂੰ ਪੜ੍ਹੋ ਪਿਆਰ ਨਾਲ। ਤੇਰੀ ਹੱਤਿਆ ਕਿਤੇ ਨਾ ਵੀ ਲੈਣੀ, ਲੂਣ ਹਰਾਮੀ ਪਾਪੀਆ, ਹੱਤਿਆ ਕਿਤੇ ਨਾ ਲੈਣੀ, ਲੂਣ ਹਰਾਮੀ ਪਾਪੀਆ।
ਦੁੱਖ ਘਣਾ ਕਿਰਤ ਘਣਾ ਕਾ ਥਾਨ। ਜਿਹੜੇ ਕੀਤੇ ਹੋਏ ਨੂੰ ਭੁਲਾ ਦੇਣ, ਕਹਿੰਦੇ ਉਹਨਾਂ ਦਾ ਥਾਨ ਦਰਗਾਹ ਦੇ ਵਿੱਚ ਘੋਰ ਨਰਕ ਹੁੰਦਾ, ਜਿੱਥੇ ਹੱਦ ਤੋਂ ਜ਼ਿਆਦਾ ਦੁੱਖ ਮਿਲਦਾ। ਇਹ ਕਿਰਤ ਘਣਾ ਕੋ ਰੱਖਾ ਨਾ ਕੋਈ, ਨਰਕ ਘੋਰ ਮਹਿ ਪਾਵਣਾ। ਨਰਕ ਘੋਰ ਦੇ ਵਿੱਚ ਪੈਂਦਾ, ਉਹਦੀ ਹੱਤਿਆ ਨਹੀਂ ਲੈਂਦੀ। ਤੇ ਐਸੇ ਜੋ ਬੰਦੇ ਨੇ, ਭਾਈ ਗੁਰਦਾਸ ਜੀ ਉਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਹਨ। ਧਰਤੀ ਭਾਰ ਨਾ ਚੱਲਦੀ ਪਿਆਰੇ, ਧਰਤੀ ਭਾਰ ਨਾ ਚੱਲਦੀ, ਕਿਤ ਕਣ ਬੰਦਿਆਂ ਦਾ ਪਿਆਰਿਓ, ਕਿਤ ਕਣ ਬੰਦਿਆਂ ਦਾ ਪਿਆਰੇ। ਧਰਤੀ ਭਾਰ ਨਾ ਚੱਲਦੀ, ਕਿਤ ਕਣ ਬੰਦਿਆਂ ਦਾ ਪਿਆਰਿਓ, ਕਿਤ ਕਣ ਬੰਦਿਆਂ ਦਾ ਇਹ ਧਰਤੀ। ਸਵਾਰੇ ਕੋਟਗੜ ਹੋ ਕੋਟਗੜ ਹੋ ਕੋਟਗੜ ਕਰ ਵਾਰਤ ਸੰਦੇ ਨਾਨਕ ਸਵਾਰੇ ਕੋਟਗੜ ਕਰ ਵਾਰਤ ਸੰਦੇ
ਨਦ ਵਹਾ ਬਹੰਦੇ ਨਾ ਤਿਸ ਬਾਰੇ ਸਾਇਰਾ ਨਦਵਾ ਬਹੰਦੇ ਨਾ ਤਿਸ ਬਾਰੇ ਤਰਵਰਾਂ ਹੋ ਤਰਵਰਾਂ ਫਲ ਸਫਲ ਫਲੰਦੇ ਨਾ ਤਿਸ ਬਾਰੇ ਅੰਦਰ ਹੋ ਸੁਵੰਦੇ ਉਹ ਨਾ ਤਿਸ ਬਾਰੇ ਜੀ ਜੰਤ ਹੋ ਜੀ ਜੰਤ ਅਣਗਿਣਤ ਫਰੰਦੇ ਨਾ ਤਿਸ ਬਾਰੇ ਜੀ ਜੰਤ ਹੋ ਜੀ ਜੰਤ ਅਣਗਿਣਤ ਫਰੰਦੇ ਨਾ ਤਿਸ ਬਾਰੇ ਜੀ ਜੰਤ ਅਣਗਿਣਤ ਫਰੰਦੇ ਜੀ ਜੰਤ ਹੋ ਜੀ ਜੰਤ ਅਣਗਿਣਤ ਫਰੰਦੇ ਨਾ ਤਿਸ ਬਾਰੇ ਜੀ ਜੰਤ ਅਣਗਿਣਤ ਫਰੰਦੇ ਉਹ ਭਾਰੇ ਪੋਏ ਅਕਿਰਤ ਗਣ ਮੰਦੀ ਮੰਦੇ ਭਾਰੇ ਪੋਏ ਅਕਿਰਤ ਗਣ ਮੰਦੀ ਮੰਦੇ ਕੇਵਲ ਧਰਤੀ ਤੋਂ ਪਾਰ ਜੇ ਨਹੀਂ ਸਹਿ ਹੁੰਦਾ, ਡਾਵਾਂ ਡੋਲ ਹੁੰਦੀ ਹੈ, ਇਹਦਾ ਸੰਤੁਲਨ ਵਿਗੜਦਾ ਹੈ। ਗ੍ਰੈਵਿਟੀ ਦੇ ਵਿੱਚੋਂ ਜੇ ਆਫ ਹੁੰਦੀ ਹੈ ਤਾਂ ਹੁੰਦੀ ਹੈ ਜੇ ਕਿਰਤਗਣ ਬੰਦੇ ਬਹੁਤੇ ਹੋ ਜਾਣ, ਉਹਦਾ ਨਹੀਂ ਉਹ ਸਹਿ ਸਕਦੇ। ਸੋ ਇਸ ਤਰ੍ਹਾਂ ਦੇ ਨਾਲ ਐਡਾ ਉਸਨੇ ਮਾੜਾ ਕੰਮ ਕਰਿਆ ਕਾਹਦੇ ਵਾਸਤੇ? ਪੈਸੇ ਵਾਸਤੇ। ਪੈਸੇ ਨੇ ਤਾਂ ਨਾਲ ਨਹੀਂ ਜਾਣਾ। ਕਬੀਰੇ ਤਨ ਜਾਏਗਾ ਸਕੋ ਤੋਂ ਲੈ ਬੋਰ ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਦਾ 100 ਖਰਬ ਵਾਲੇ ਨੂੰ ਕਹਿੰਦੇ। ਇੰਨਿਆਂ ਕੋਲ ਪੈਸਾ ਨਹੀਂ ਰਿਹਾ ਪ੍ਰੇਮੀਆ। ਗੁਰੂ ਕੋਲ ਇੰਨੀ ਦੇਰ ਰਹਿ ਕੇ ਤੈਨੂੰ ਮੱਤ ਨਾ ਆਈ, ਪੱਥਰ ਦਾ ਪੱਥਰ ਬਣਿਆ ਰਿਹਾ। ਕਿੱਡਾ ਘੋਰ ਪਾਪ ਤੈਂ ਕਰ ਦਿੱਤਾ ਜੋ ਇਤਿਹਾਸ ਵਿੱਚੋਂ ਕਦੇ ਨਹੀਂ ਨਿਕਲਣਾ ਤੇ ਨਾ ਤਾਂ ਕਦੇ ਮਾਫ਼ ਹੋਣਾ। ਉਸ ਵੇਲੇ ਮਾਤਾ ਜੀ ਮਨ ਵਿੱਚ ਕੁਛ ਥੋੜ੍ਹਾ ਵਿਚਾਰ ਕਰਦੇ ਆ ਵੀ ਦੇਖੋ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਬਈ ਬਹੁਤ ਦੁੱਖ ਪਾਵੋਗੇ, 7 ਦਿਨ ਹੋ ਠਹਿਰੋ। ਅਕਾਲ ਪੁਰਖ ਦਾ ਭਾਣਾ ਦੂਸਰੀ ਤਰ੍ਹਾਂ ਵਰਤਣ ਵਾਲਾ ਹੈ। ਆਪ ਇਹ ਅਕਾਲ ਪੁਰਖ ਨੇ ਤੁਸੀਂ ਤਪ ਬਹੁਤ ਕਰ ਲਿਆ, ਦਰਖਤਾਂ ਦੇ ਪੱਤੇ ਖਾ ਲਏ, ਛਿੱਲਾਂ ਖਾ ਲੀਆਂ। ਐਡਾ ਤਪ ਅੱਜ ਤਾਈਂ ਕਿਸੇ ਤਪੀਏ ਨੇ ਨਹੀਂ ਕੀਤਾ ਜਿੰਨਾ ਤੁਸੀਂ ਕਰ ਲਿਆ। ਹੁਣ ਇਹ ਤਪ ਨੂੰ ਫਲ ਲੱਗਣਾ 7 ਦਿਨਾਂ ਤੋਂ ਬਾਅਦ। ਐਸਾ ਕ੍ਰਿਸ਼ਮਾ ਵਰਤਣਾ, ਤੁਸੀਂ ਸੁੱਖ ਲਵੋਗੇ ਤੇ ਤੁਹਾਡਾ ਰਾਜ ਤੇਜ ਵੱਧ ਜਾਏਗਾ। ਪਰ ਵਚਨ ਨਾ ਮੰਨਿਆ ਗੁਰੂ ਮਹਾਰਾਜ ਦਾ, ਡੋਲ ਗਏ ਉਸ ਵੇਲੇ ਇਮਤਿਹਾਨ ਦੇ ਵਿੱਚ। ਤੇ ਮਾਤਾ ਜੀ ਵੀ ਪਹਿਲਾਂ ਤੁਰ ਪਏ ਸੀ, ਪਹਿਲਾਂ ਕਿਹਾ ਫਿਰ ਆਪ ਤੁਰ ਪਏ ਨਾਲ ਸਾਹਿਬਜ਼ਾਦਿਆਂ ਨੂੰ ਲੈ ਕੇ। ਵੀ ਮਹਾਰਾਜ ਨੂੰ ਫਿਰ ਆਉਣਾ ਪਿਆ। ਕਹਿਣ ਲੱਗੇ ਜੇ ਉਸ ਵੇਲੇ ਬਾਣੀ ਮੰਨ ਲੈਂਦੇ, ਐਸਾ ਇਤਿਹਾਸ ਜੇਕਰ ਆਉਂਦਾ ਹੈ, ਸੁਤ ਕੀ ਮਾਨੀ ਬਾਤ ਨੈ ਤਹਿ ਅਪਦਾ ਪਾਈ। ਆਪਣੇ ਪੁੱਤਰ ਗੁਰੂ ਦਸ਼ਮੇਸ਼ ਪਿਤਾ ਦੀ ਬਾਤ ਨਾ ਮੰਨੀ ਤਾਂ ਸਾਨੂੰ ਆਪਦਾ ਪਈ। ਪਏ ਕ੍ਰੋਧ ਕਿਤ ਵਿਛੜ ਗਏ ਜਿਨ ਸੁਧ ਪਰਾਈ। ਹੁਣ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੇ ਚਲਿਆ ਗਿਆ, ਕੌਣ ਕਿੱਥੇ ਚਲਿਆ ਗਿਆ, ਕਿਸੇ ਦਾ ਨਹੀਂ ਪਤਾ। ਪਰਿਵਾਰ ਦਾ ਕੀ ਹੋਇਆ ਤੇ ਗੁਰੂ ਦਸ਼ਮੇਸ਼ ਪਿਤਾ ਦਾ ਕੀ ਹੋਇਆ, ਵੱਡੇ ਸਾਹਿਬਜ਼ਾਦਿਆਂ ਨਾਲ ਕੀ ਵਰਤਿਆ ਤੇ ਮਾਤਾਵਾਂ ਕਿੱਥੇ ਗਈਆਂ ਤੇ ਕੁਛ ਨਹੀਂ ਪਤਾ ਲੱਗਦਾ। ਰਹੇ ਦੁਰਗਮੈ ਲਰਤ ਜਬ ਸੁਤ ਕਰਤ ਬਚਨਾ। ਜਿੰਨਾ ਚਿਰ ਕਿਲੇ ਵਿੱਚ ਬੈਠ ਕੇ ਲੜਦੇ ਰਹੇ ਤੇ ਉਨੀ ਦੇਰ ਤੱਕ ਗੁਰੂ ਮਹਾਰਾਜ ਨੇ ਬਚਾਏ ਰੱਖਿਆ। ਸਬਤ ਦਿਵਸ ਮੈਂ ਸਕਲ ਸੁਖ ਹਮ ਕਿਸੇ ਨਾ ਮੰਨਾ। 7 ਦਿਨਾਂ ਦੇ ਵਿੱਚ ਸਾਰੇ ਹੀ ਸੁਖ ਮਿਲ ਜਾਣਗੇ। ਇਹ ਵਚਨ ਅਸੀਂ ਗੁਰੂ ਮਹਾਰਾਜ ਦਾ ਮੰਨਿਆ ਨਾ, ਬੜੀ ਬਿਰਤਾ ਪੈ ਗਈ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਆਪ ਚਮਕੌਰ ਇੱਥੇ ਆ ਜਾਂਦੇ ਨੇ ਸਰਹੰਦ ਦੇ ਕਿਲੇ ਦੇ ਅੰਦਰ, ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ। ਵਸਤਰ ਕੋਲ ਕੋਈ ਨਹੀਂ ਹੈ। ਜੋ ਵਸਤਰ ਪਾਏ ਹੋਏ ਨੇ ਉਹ ਹੀ ਵਸਤਰ ਨੇ।
ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ, ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 5 ਸਾਲ 10 ਮਹੀਨੇ 10 ਦਿਨ ਦੀ ਸੀ। ਇਸ ਛੋਟੀ ਉਮਰ ਦੇ ਅੰਦਰ ਦਾਦੀ ਜੀ ਦੇ ਨਾਲ ਕਿਲੇ ਦੇ ਵਿੱਚ ਬੈਠੇ ਨੇ। ਸਾਰੀ ਰਾਤ ਮਾਤਾ ਜੀ ਨੂੰ ਸੋਚਦਿਆਂ ਲੰਘ ਗਈ ਵੀ ਕੀ ਹੋਇਆ, ਪਰਿਵਾਰ ਦਾ ਵਚਨ ਨਾ ਮੰਨਿਆ। ਉਸ ਵੇਲੇ ਸਵੇਰਾ ਹੀ ਹੁੰਦਾ ਹੈ, ਕੁਛ ਖਾਣ ਪੀਣ ਨੂੰ ਨਾ ਦਿੱਤਾ ਗਿਆ। ਪਹਿਲੇ ਦਿਨ ਮਨਾ ਦਿੱਤਾ, ਦੂਸਰੇ ਦਿਨ ਮਨਾ ਦਿੱਤਾ। ਤਾਂ ਉਸ ਵੇਲੇ ਇੱਕ ਪ੍ਰੇਮੀ ਗੁਰਸਿੱਖ ਸੀ, ਉਸ ਨੂੰ ਪਤਾ ਲੱਗਿਆ। ਉਸਨੇ ਕਿਹਾ ਵੀ ਸ਼ਗਨ ਨੂੰ ਕੁਛ ਤਾਂ ਮੈਂ ਜ਼ਰੂਰ ਪਹੁੰਚਾਵਾਂ। ਬੇਅੰਤ ਤਰੀਕੇ ਕੀਤੇ, ਸਿਪਾਹੀਆਂ ਨਾਲ ਗੱਲਬਾਤ ਕੀਤੀ, ਕੋਈ ਨਾ ਮੰਨਿਆ। ਕਹਿੰਦੇ ਕਿਲੇ ਦੇ ਅੰਦਰ ਇੱਥੇ ਤਾਂ ਚਿੜੀ ਵੀ ਨਹੀਂ ਫੜਕਦੀ, ਉੱਥੇ ਜਾ ਕਿਵੇਂ ਸਕਦੇ ਆ ਅਸੀਂ, ਪਹਿਰਾ ਇੰਨਾ ਜ਼ਬਰਦਸਤ ਲੱਗਿਆ ਹੋਇਆ ਹੇਠਾਂ, ਤੇ ਆਪ ਬੁਰਜ ਵਿੱਚ ਕੈਦ। ਉਸ ਨੇ ਕਮੰਦ ਫਸਾਈ, ਉਹ ਰੱਸੇ ਦੇ ਬਲ ਨਾਲ ਚੜ੍ਹ ਕੇ ਚਲਿਆ ਗਿਆ, ਤੇ ਜਾ ਕੇ ਉਸ ਮੋਤੀ ਮਹਿਰੇ ਨੇ ਦੁੱਧ ਪਿਲਾਇਆ, ਕੁਛ ਸ਼ਗਨ ਨੂੰ ਲੈ ਕੇ ਗਿਆ। ਬਾਹਰਲੀ ਖਬਰ ਦਿੱਤੀ ਸਾਰੀ, ਅੰਦਰਲੀ ਖਬਰ ਜਾ ਕੇ ਬਾਹਰ ਦਿੱਤੀ। ਸੋ ਉਸ ਵੇਲੇ ਸਾਹਿਬਜ਼ਾਦਿਆਂ ਨੂੰ ਦਰਬਾਰ ਦੇ ਵਿੱਚ ਲਿਜਾਇਆ ਗਿਆ ਵੀ ਪੁੱਛੀਏ ਇਹਨਾਂ ਤੇ। ਜਿਸ ਵਕਤ ਆਪ ਜਾਂਦੇ ਨੇ ਤਾਂ ਸਾਹਿਬ ਜ਼ੋਰਾਵਰ ਸਿੰਘ ਕਹਿਣ ਲੱਗੇ, ਫਤਿਹ ਸਿੰਘਾ, ਆਪਾਂ ਗੁਰੂ ਕੀ ਫਤਿਹ ਬੁਲਾਉਣੀ ਹੈ। ਇਹ ਜਿਹੜੇ ਸਾਨੂੰ ਦੱਸਦੇ ਨੇ ਨਾ ਵੀ ਐਂ ਝੁੱਕ ਕੇ 7 ਸਲਾਮਾਂ ਕਰਨੀਆਂ, ਇਹ ਨਹੀਂ ਆਪਾਂ ਕਰਨੀਆਂ, ਆਪਾਂ ਫਤਿਹ ਬੁਲਾਉਣੀ ਹੈ। ਉਸ ਵੇਲੇ ਦਰਬਾਰ 'ਚ ਜਾਂਦੇ ਨੇ, ਜਾ ਕੇ ਗੱਜ ਵੱਜ ਕੇ ਫਤਿਹ ਬੁਲਾਉਂਦੇ ਨੇ। ਤੇ ਨਵਾਬ ਨੇ ਦੇਖਿਆ, ਸਾਰਿਆਂ ਨੇ ਦੇਖਿਆ ਵੀ ਕਿੰਨੇ ਸੁੰਦਰ ਬੱਚੇ, ਜਿਵੇਂ ਵਾਹਿਗੁਰੂ ਨੇ ਵਿਹਲੇ ਬੈਠ ਕੇ ਆਪ ਬਣਾਏ ਹੋਣ। ਨਿਗਾਹ ਨਹੀਂ ਹਟਦੀ, ਆਪਣੇ ਬੱਚੇ ਸਭ ਦੇ ਯਾਦ ਆਉਂਦੇ ਨੇ ਵੀ ਇੰਨੇ ਸੁੰਦਰ ਬੱਚੇ। ਆਹ ਬਿਪਤਾ ਇਹਨਾਂ ਤੇ ਪੈ ਗਈ। ਸਾਰੇ ਤਾਂ ਦੋਖੀ ਨਹੀਂ ਸੀਗੇ, ਲੜਾਈਆਂ ਲੜੀਆਂ ਜਾਂਦੀਆਂ, ਸਾਰੇ ਵੈਰੀ ਨਹੀਂ ਹੁੰਦੇ, ਦਰਦ ਵਾਲੇ ਬੰਦੇ ਵੀ ਵਿੱਚ ਹੁੰਦੇ। ਦੇਖਦੇ ਨੇ ਬੱਚਿਆਂ ਵੱਲ, ਤੇ ਨਾਲ ਇਹ ਦੇਖਦੇ ਆ ਦਲੇਰੀ ਵੀ ਦੇਖਦੇ ਨੇ ਵੀ ਆ ਕੇ ਗੱਜ ਵੱਜ ਕੇ ਇਹਨਾਂ ਨੇ ਆਪਣੇ ਨਾਅਰਾ ਵਜਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਓਰ ਮੈਨ ਜਿਹੜਾ ਹੈ ਨਾ, ਆਦਰਸ਼ਕ ਮੈਨ, ਉਹ ਪਰਮੇਸ਼ਰ ਦਾ ਹੈ, ਉਹ ਕਿਸੇ ਹੋਰ ਦਾ ਨਹੀਂ ਹੈਗਾ। ਜਿਹੜਾ ਪਰਮੇਸ਼ਰ ਦਾ ਹੈ, ਫਤਿਹ ਪਰਮੇਸ਼ਰ ਦੀ ਹੈ। ਗੱਲ ਤਾਂ ਸਿੱਧੀ ਸੀ, ਇਹਦੇ ਵਿੱਚ ਨਾ ਕਿਸੇ ਨੂੰ ਚੈਲੰਜ ਸੀ, ਨਾ ਕਿਸੇ ਨੂੰ ਕੋਈ ਦੁੱਖ ਦੇਣ ਵਾਲੀ ਬਾਤ ਸੀ। ਉਹ ਇਹ ਸੀ ਵੀ ਜਿਹੜਾ ਸੁਪਰਮੈਨ ਹੈ ਉਹ ਪਰਮੇਸ਼ਰ ਦਾ। ਸੁਪਰਮੈਨ ਨੂੰ ਖਾਲਸਾ ਕਹਿੰਦੇ ਸੀ, ਜਿਹਦੇ ਮਨ ਦੇ ਵਿੱਚ ਕੋਈ ਭਰਮ ਨਹੀਂ ਸੀ, ਜਿਹਦੇ ਮਨ ਵਿੱਚ ਕੋਈ ਦੁਆਇਤ ਨਹੀਂ ਸੀ, ਜਿਹਨੂੰ ਪੂਰਨ ਗਿਆਨ ਸੀ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਜਿਨ੍ਹਾਂ ਦੇ ਅੰਦਰ ਪੂਰਨ ਜੋਤ ਜਗਦੀ ਸੀ, ਜਿਨ੍ਹਾਂ ਨੂੰ ਦੂਜਾ ਨਜ਼ਰ ਨਹੀਂ ਸੀ ਆਉਂਦਾ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਹੈ। ਦੂਜੇ ਨਹੀਂ ਦੇਖਦੇ ਪ੍ਰਭੂ ਦੇ ਬਗੈਰ। ਐਸੇ ਜੋ ਪੁਰਸ਼ ਸੀ, ਪੂਰਨ ਜੋਤ ਜਗ੍ਹਾ ਘਟ ਮੈਂ, ਤਬ ਖਾਲਸਾ ਤਾਹੇ ਨਿਖਾਲਸ ਜਾਣ। ਜਿਹਦੇ ਅੰਦਰ ਪੂਰਨ ਗਿਆਨ ਦੀ ਜੋਤ ਜਗੀ ਹੋਈ ਹੈ, ਆਪਾ ਹੈ ਨਹੀਂ ਜਿਹਦੇ ਅੰਦਰ, ਉਹ ਹੈ ਕਿਹਦਾ? ਉਹ ਵਾਹਿਗੁਰੂ ਦਾ। ਅਸੀਂ ਤਾਂ ਬਾਲ ਬੱਚਿਆਂ ਦੇ ਹੋਵਾਂਗੇ, ਕਿਸੇ ਹੋਰ ਦੇ ਹੋਵਾਂਗੇ, ਉਹ ਤਾਂ ਵਾਹਿਗੁਰੂ ਦਾ ਹੁੰਦਾ, ਕਿਸੇ ਹੋਰ ਦਾ ਨਹੀਂ ਹੁੰਦਾ। ਤੇ ਵਾਹਿਗੁਰੂ ਦਾ, ਵਾਹਿਗੁਰੂ ਦੀ ਹਮੇਸ਼ਾ ਹੀ ਫਤਿਹ ਹੈਗੀ। ਇਹ ਤਾਂ ਸਿੱਧੀ ਬਾਤ ਸੀ। ਲੇਕਿਨ ਉਹ ਕਈਆਂ ਨੂੰ ਚੁਭੀ, ਜਿਹੜੇ ਕੱਟੜ ਸੀਗੇ। ਜਿਹੜੇ ਦੂਸਰੇ ਸੀ ਉਹਨਾਂ ਨੇ ਕਿਹਾ ਬੜੀ ਦਲੇਰੀ ਹੈ ਬੱਚਿਆਂ ਦੇ ਅੰਦਰ। ਉਸ ਵੇਲੇ ਨਵਾਬ ਨੇ ਕਿਹਾ, ਬੱਚਿਓ ਸਾਨੂੰ ਬੜਾ ਅਫਸੋਸ ਹੈ, ਤੁਹਾਡੇ ਕੋਲ ਅਸੀਂ ਅਫਸੋਸ ਕਰਦੇ ਹਾਂ। ਤੁਹਾਨੂੰ ਫੜ ਲਿਆ, ਤੁਸੀਂ ਫਿਕਰ ਨਾ ਹੁਣ ਕਰੋ, ਡਰੋ ਨਾ ਤੁਸੀਂ। ਤੁਹਾਡੀ ਪਾਲਣਾ ਹੋਏਗੀ, ਪੂਰੀ ਤਰ੍ਹਾਂ ਤੁਹਾਡੀ ਸੰਭਾਲ ਹੋਏਗੀ। ਜੋ ਸਟੇਟਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਉਹਦੇ ਮੁਤਾਬਕ ਇਹ ਤੁਹਾਡੇ ਨਾਲ ਵਰਤਾਅ ਹੋਵੇਗਾ। ਤੇ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਤਾਂ ਲੜਾਈ ਵਿੱਚ ਮਾਰੇ ਗਏ, ਕੋਈ ਸਿੱਖ ਨਹੀਂ ਬਚਿਆ। ਜੇ ਸਾਰਿਆਂ ਦੇ ਵਿੱਚੋਂ ਬਚੇ ਹੋ, ਤੁਹਾਡੇ ਵੱਡੇ ਭਰਾ ਵੀ ਉੱਥੇ ਹੀ ਸ਼ਹੀਦ ਹੋ ਗਏ ਨੇ, ਤੇ ਸਿਰਫ ਤੁਸੀਂ 3 ਜਣੇ ਬਚੇ ਹੋ, ਤੁਹਾਡੇ ਦਾਦੀ ਜੀ ਤੇ ਤੁਸੀਂ ਦੋਏ। ਇੰਨਾ ਜਦ ਵਚਨ ਨਵਾਬ ਨੇ ਕਰਿਆ
ਉਸ ਵੇਲੇ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਨਵਾਬ ਸਾਹਿਬ, ਇਹ ਤੁਹਾਡੀ ਗੱਲ ਅਸੀਂ ਨਹੀਂ ਮੰਨਦੇ ਹੈਗੇ। ਗੁਰੂ ਦੀ ਚਾਲ ਚੱਲਣ ਵਾਲਾ ਸੰਸਾਰ 'ਚ ਕੋਈ ਨਹੀਂ। ਗੁਰੂ ਜੇ ਚਾਹੇ ਤਾਂ ਇੱਕ ਅੱਖ ਦੇ ਫੋਰ ਦੇ ਵਿੱਚ ਸਭ ਕੁਝ ਖਤਮ ਕਰ ਸਕਦਾ। ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ? ਉਹ ਮਾਮੂਲੀ ਮਨੁੱਖ ਨਹੀਂ, ਉਹਨਾਂ ਦੀ ਚਾਲ ਨਹੀਂ ਚੱਲੀ ਜਾਂਦੀ। ਐਸਾ ਜੰਮਿਆ ਨਾ ਜਗਤ ਉੱਤੇ ਕੋਈ, ਜਿਹੜਾ ਚਾਲ ਚੱਲੇ ਗੁਰਾਂ ਦੀ। ਜੰਮਿਆ ਨਾ ਜਗਤ ਉੱਤੇ ਕੋਈ, ਜਿਹੜਾ ਚਾਲ ਚੱਲੇ ਗੁਰਾਂ ਦੀ। ਮਿੱਠੀਆਂ ਮਿੱਠੀਆਂ ਗੱਲਾਂ ਨਾਲ ਇਹ ਗੱਲ ਸੁਣ ਕੇ ਕਿ ਸਤਿਗੁਰੂ ਤੁਹਾਡੇ ਪਿਤਾ ਤਾਂ ਸ਼ਹੀਦ ਹੋ ਚੁੱਕੇ ਨੇ, ਭਰਾ ਤੁਹਾਡੇ ਸ਼ਹੀਦ ਹੋ ਚੁੱਕੇ ਨੇ, ਸਿਰਫ ਤੁਸੀਂ ਬਚਦੇ। ਉਸ ਵੇਲੇ ਬੱਚੇ ਐ ਨਹੀਂ ਹੈ ਉਹਨਾਂ ਦਾ ਦਿਲ ਟੁੱਟ ਜਾਵੇ ਜਾਂ ਗੱਲ ਮੰਨ ਲੈਣ। ਪੂਰੇ ਜੋਸ਼ ਵਿੱਚ ਆ ਗਿਆ ਜ਼ੋਰਾਵਰ ਸਿੰਘ, ਕਹਿਣ ਲੱਗਿਆ, ਨਵਾਬ ਸਾਹਿਬ ਸੁਣ ਜ਼ੋਰਾਵਰ ਸਿੰਘ ਬਨ ਸਾਵਧਾਨ, ਸਭਨ ਸੁਨਾਵਤ ਬਾਕ ਬਖਾਨ। श्री सतगुर जो पिता हमारे, जग में कौन सके मार। कहने लगे, ना आकाश अंधेरी, पर्वत पहाड़ सूरज चंद ये फड़े नहीं जाते कदे भी। जेड़े साडे पिता जी ने वो तो अकाल करता पुरख, अकाल कृपाल, सब ते वड्डो काल को काल। वो तो काल दे भी काल ने, उन्होंने कौन मार सकता? क्योंकि वो काल पुरख का निज रूप ने। समुंद बरोल शरीरम देखा, एक बस्त अनूप दिखाई। गुर गोविंद गोविंद गुरु है, नानक भेद ना पाई। वो तो आप आए ने संसार ते, अकाल पुरख ने कहा मैं अपना सुत होए नवाजा, पंथ प्रचार कर वे को साजा। बचन सुने ते नाल
ਦਰਬਾਰੀਆਂ ਨੇ ਉੱਠ ਕੇ ਜੋ ਨੇੜੇ ਸੀ ਕਹਿਣ ਲੱਗਿਆ, ਬੱਚਿਓ ਤੁਸੀਂ ਮਾਨ ਮਰਿਆਦਾ ਭੰਗ ਕਰ ਦਿੱਤੀ ਕੋਰਟ ਦੀ। ਇੱਥੇ ਆਉਣ ਦਾ ਤਰੀਕਾ ਹੈ ਕਿ ਪਹਿਲਾਂ 7 ਵਾਰੀ ਸੀਸ ਨਵਾਉਣਾ ਪੈਂਦਾ। ਅੱਧੇ ਕੋਡੇ ਹੋ ਕੇ ਛਾਤੀ ਨਾਲ 7 ਵਾਰੀ ਹੱਥ ਲਾਉਂਦੇ ਸੀ ਤੇ ਫੇਰ ਜਾ ਕੇ 2 ਹੱਥ ਬੰਨ੍ਹ ਕੇ ਸਲਾਮ ਕਹਿ ਕੇ ਫੇਰ ਸਿੱਧੇ ਹੁੰਦੇ ਸੀ। ਤੁਸੀਂ ਮਰਿਆਦਾ ਭੰਗ ਕਰ ਦਿੱਤੀ ਤੇ ਤੁਸੀਂ ਸੀਸ ਨਵਾਓ, ਸਲਾਮ ਕਰੋ ਨਵਾ ਕੇ ਸੀਸ। ਉਸ ਵੇਲੇ ਕਹਿਣ ਲੱਗੇ, ਦੋਵਾਂ ਭਰਾਵਾਂ ਨੇ ਇੱਕ ਦੂਏ ਵੱਲ ਨੂੰ ਦੇਖਿਆ। ਜ਼ੋਰਾਵਰ ਸਿੰਘ ਕਹਿਣ ਲੱਗੇ, ਫਤਿਹ ਸਿੰਘ ਕਿਹੜਾ ਸੀਸ ਨਵਾਈਏ? ਇਹ ਸੀਸ ਤਾਂ ਆਪਣਾ ਨਹੀਂ ਹੈ, ਇਹ ਸੀਸ ਨਾ ਮੇਰਾ ਹੈ, ਇਹ ਨਹੀਂ ਨਿਭਦਾ ਪਾਪੀਆਂ ਅੱਗੇ। ਸੀਸ ਨਾ ਮੇਰਾ ਹੈ, ਇਹ ਨਹੀਂ ਨਿਭਦਾ ਪਾਪੀਆਂ ਅੱਗੇ। ਫਤਿਹ ਸਿੰਘ ਕੀ ਕਹਿੰਦੇ ਨੇ ਇਹ? ਕਹਿੰਦੇ ਭਰਾਤਾ ਸੀਸ ਨਵਾਉਣ ਨੂੰ ਕਹਿੰਦੇ ਨੇ। ਕਹਿੰਦੇ ਯਾਦ ਹੈ ਸੀਸ ਤਾਂ ਆਪਣਾ ਹੈ ਹੀ ਨਹੀਂ, ਆਪਾਂ ਤਾਂ ਇਹ ਗੁਰੂ ਨੂੰ ਅਰਪਣ ਕਰ ਦਿੱਤਾ ਸੀ ਜਿਸ ਵਕਤ ਅੰਮ੍ਰਿਤ ਦੀ ਘੁੱਟ ਮੰਗੀ ਸੀ। ਆਪਣਾ ਤਾਂ ਸੀਸ ਰਿਹਾ ਹੀ ਨਾ। ਤਿਸ ਆਗੇ ਹਮ ਅਰਪੇ ਸੀਸ ਸਰਬ ਕਲਾ ਸਮਰੱਥ ਜਗਦੀਸ਼। ਸਮਰੱਥ ਨੂੰ ਅਸੀਂ ਸੀਸ ਅਰਪ ਚੁੱਕੇ ਹਾਂ। ਸੀਸ ਸਾਡੇ ਨਹੀਂ, ਇਹ ਨਾ ਪਾਮਰ ਪਾਪ ਕਮਾਵੇ, ਕਿਵੇਂ ਨਹੀਂ ਆਗੇ ਸੀਸ ਨਵਾਵੇ। ਇਹ ਤਾਂ ਪਾਮਰ ਨੇ, ਝੂਠੇ ਨੇ, ਵਾਅਦਾ ਕਰਕੇ ਅਹਿਦਨਾਮਾ ਕਰਕੇ ਫੇਰ ਮੁੱਕਰ ਕੇ ਧੋਖਾ ਦੇ ਕੇ ਕਿੱਡਾ ਬੜਾ ਇਹਨਾਂ ਨੇ ਮਾੜਾ ਕੰਮ ਕਰਿਆ ਹੈ। ਇਹਨਾਂ ਦੇ ਅੱਗੇ ਸੀਸ ਗੁਰਮੁਖਾਂ ਦੇ ਅੱਗੇ ਤਾਂ ਨਿਭ ਸਕਦਾ, ਪਰਮੇਸ਼ਰ ਦੇ ਪਿਆਰਿਆਂ ਅੱਗੇ ਇਹਨਾਂ ਪਾਮਰਾਂ ਅੱਗੇ ਸੀਸ ਨਿਭੇਗਾ। ਜਵਾਬ ਦੇ ਦਿੱਤਾ। ਵਿਚਾਰ ਕੀਤੀ ਗਈ, ਅਖੀਰ ਇਹ ਹੋਇਆ ਕਿ ਬੱਚੇ ਨੇ ਇਹਨਾਂ ਨੂੰ ਭੇਜ ਦੇਵੋ, ਕੱਲ੍ਹ ਨੂੰ ਫੇਰ ਕਚਹਿਰੀ ਲੱਗੇਗੀ। ਬਾਹਰ ਪਤਾ ਲੱਗ ਗਿਆ ਸਾਰੇ। ਦੂਸਰੇ ਦਿਨ ਮਾਤਾ ਜੀ ਤੋਂ ਅਲਹਿਦਾ ਰੱਖ ਦਿੱਤੇ ਗਏ ਵੀ ਉਹ ਸਿਖਾਉਂਦੇ ਨੇ, ਇਹਨਾਂ ਨੂੰ ਅੱਡ ਰੱਖੋ। ਸੋ ਦੂਸਰਾ ਦਿਨ ਜਦ ਹੁੰਦਾ ਹੈ ਫੇਰ ਕੋਰਟ ਦੇ ਵਿੱਚ ਆਉਂਦੇ ਨੇ। ਉੱਥੇ ਇਹ ਗੱਲ ਮਨਾਈ ਗਈ ਵੀ ਇਹਨਾਂ ਦਾ ਸੀਸ ਨਵਾਉਣਾ ਹੈ, ਵੱਡਾ ਦਰਵਾਜ਼ਾ ਬੰਦ ਕਰ ਦਿਓ ਤੇ ਖਿੜਕੀ ਤੇ ਹੀ ਨਗਾਓ। ਜਾਂ ਖਿੜਕੀ ਦੀ ਨਗਾਉਣਾ ਹੈ, ਦੱਸੋ ਇਸ ਤਰ੍ਹਾਂ ਵੀ ਪਹਿਲਾਂ ਸਿਰ ਅੰਦਰ ਕਰਨਾ ਹੈ ਫੇਰ ਜਾ ਕੇ ਲੰਘਣਾ ਹੈ। ਸੋ ਜਿਹੜਾ ਗਾਈਡ ਨਾਲ ਲਈ ਜਾਂਦੇ ਸੀ ਉਹ ਕਹਿਣ ਲੱਗੇ, ਦੇਖੋ ਬੱਚਿਓ, ਆਹ ਹੁਣ ਛੋਟੇ ਦਰਵਾਜ਼ੇ ਤੇ ਹੀ ਆਪਾਂ ਲੰਘਣਾ ਹੈ, ਛੋਟੀ ਖਿੜਕੀ ਹੈ, ਮੈਂ ਤੁਹਾਨੂੰ ਲੰਘ ਕੇ ਦਿਖਾਉਣਾ, ਤੁਸੀਂ ਇਸ ਤਰ੍ਹਾਂ ਕਰਨਾ।
ਤੇ ਉਹ ਜਦੋਂ ਲੰਘਿਆ ਤਾਂ ਪਹਿਲਾਂ ਸਿਰ ਨੀਵਾਂ ਕਰਿਆ ਉਸਨੇ, ਫੇਰ ਜਾ ਕੇ ਉਹ ਖਿੜਕੀ ਥਾਈ ਲੰਘਿਆ। ਇੱਕ ਦੂਏ ਵੱਲ ਦੇਖਦੇ ਨੇ, ਕਹਿੰਦੇ ਇਹ ਤਾਂ ਸੀਸ ਨਿਭ ਗਿਆ। ਫਿਰ ਉਹਨਾਂ ਅੱਗੇ ਆਪਣਾ ਇਹ ਸੀਸ ਤਾਂ ਗੁਰੂ ਕਲਗੀਧਰ ਪਾਤਸ਼ਾਹ ਤੋਂ, ਗੁਰਮੁਖਾਂ ਤੋਂ ਬਗੈਰ, ਗੁਰਸਿੱਖਾਂ ਤੋਂ ਬਗੈਰ ਹੋਰ ਕਿਸੇ ਅੱਗੇ ਨਹੀਂ ਨਿਭਣਾ ਹੈ। ਜ਼ੋਰਾਵਰ ਸਿੰਘ ਕਹਿਣ ਲੱਗੇ ਚਲਾਕੀ ਕਰਦੇ ਨੇ ਆਪਣੇ ਨਾਲ, ਐ ਨਹੀਂ ਆਪਾਂ ਲੰਘਣਾ, ਮੈਂ ਪਹਿਲਾਂ ਲੰਘੂ ਤੂੰ ਪਿੱਛੋਂ ਲੰਘਿਆ ਹੀ ਉਸ ਤਰ੍ਹਾਂ ਹੀ। ਸੋ ਉਹਨਾਂ ਨੇ ਉਹ ਖਿੜਕੀ ਦਾ ਉੱਪਰਲਾ ਹਿੱਸਾ ਪੜਿਆ, ਪਹਿਲਾਂ ਪੈਰ ਅੱਗੇ ਕਰੇ, ਫਿਰ ਬਾਕੀ ਹਿੱਸਾ ਲੰਘਾਇਆ। ਉਸ ਵੇਲੇ ਉਹ ਸਮਝ ਗਏ, ਕਹਿੰਦੇ ਬੱਚੇ ਤਾਂ ਬਹੁਤ ਨਿਡਰ ਨੇ। ਉਸ ਵੇਲੇ ਜਿਸ ਵਕਤ ਜਾਂਦੇ ਨੇ ਕੋਲ ਚਲੇ ਗਏ, ਫਿਰ ਫਤਿਹ ਬੁਲਾਈ। ਪਹਿਲਾ ਸਵਾਲ ਇਹ ਕਰਿਆ ਗਿਆ ਵੀ ਤੁਹਾਨੂੰ ਰਾਜ ਦਾ ਡਰ ਨਹੀਂ ਹੈ, ਕਾਨੂੰਨ ਦਾ ਡਰ ਨਹੀਂ ਹੈ, ਤੁਸੀਂ ਸੀਸ ਨਹੀਂ ਨਿਵਾਉਂਦੇ। ਉਸ ਵੇਲੇ ਵੱਡੇ ਸਾਹਿਬਜ਼ਾਦੇ ਕਹਿਣ ਲੱਗੇ, ਜ਼ੋਰਾਵਰ ਸਿੰਘ ਕਹਿਣ ਲੱਗੇ, ਨਵਾਬ ਡਰ ਨਾਮ ਦੀ ਚੀਜ਼ ਸਾਨੂੰ ਦੱਸੀ ਨਹੀਂ ਗਈ, ਸਾਡੇ ਗੁਰੂ ਨੇ ਨਹੀਂ ਦੱਸੀ। ਡਰਨ ਦੀ ਬਾਤ, ਨਾ ਡਰਾਉਣ ਦੀ ਬਾਤ, ਦੋਏ ਗੱਲਾਂ ਨਹੀਂ ਹੈ। ਇਸ ਤਰ੍ਹਾਂ ਨਾਲ ਕਹਿੰਦੇ, ਡਰੇ ਅਸੀਂ ਨਾ ਕਿਸੇ ਦਾ ਬਈ ਮੰਨਦੇ, ਇਹ ਹੈ ਹੁਕਮ ਪੂਰੇ ਗੁਰਾਂ ਦਾ। ਅਸੀਂ ਨਾ ਕਿਸੇ ਦਾ ਮੰਨਣਾ, ਇਹ ਹੈ ਹੁਕਮ ਪੂਰੇ ਗੁਰਾਂ ਦਾ। ਅਸੀਂ ਨਾ ਕਿਸੇ ਦਾ ਬਈ ਮੰਨਣਾ, ਇਹ ਹੈ ਹੁਕਮ ਪੂਰੇ ਗੁਰਾਂ ਦਾ। ਕਹਿਣ ਲੱਗੇ, ਨਵਾਬ ਸਾਹਿਬ ਡਰਦਾ ਉਹ ਹੁੰਦਾ ਹੈ ਜੋ ਪਾਪ ਕਰਿਆ ਕਰਦਾ, ਜਿਹੜੇ ਉਲਟੀਆਂ ਗੱਲਾਂ ਕਰਦਾ ਹੋਏ। ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਬਖਸ਼ੇ। ਜਿਹਨੇ ਕੋਈ ਕਸੂਰ ਕਰਿਆ ਹੋਵੇ, ਡਰਦਾ ਹਮੇਸ਼ਾ ਉਹ ਹੁੰਦਾ ਹੈ। ਤੇ ਸਾਡੇ ਸਤਿਗੁਰੂ ਦਾ ਹੁਕਮ ਹੈ, ਭੈ ਕਾਹੂ ਕੋ ਦੇਤ ਨੈ ਭੈ ਮਾਨਤਾ। ਨਾ ਤਾਂ ਕਿਸੇ ਨੂੰ ਡਰਾਉਣਾ ਸੰਸਾਰ ਦੇ ਅੰਦਰ, ਤੇ ਨਾ ਕਿਸੇ ਦਾ ਡਰੇ ਮੰਨਣਾ। ਗਲਤ ਗੱਲ ਤਾਂ ਗੁਰਸਿੱਖ ਕਰਦਾ ਨਹੀਂ ਕਦੇ ਵੀ, ਆਪਣੇ ਹੱਕ ਤੇ ਰਹਿੰਦਾ ਹੈ, ਕੋਈ ਵੀ ਗਲਤ ਗੱਲ ਨਹੀਂ ਕਰਦਾ। ਮਹਾਰਾਜ ਕਹਿੰਦੇ ਡਰ ਉਹਨੂੰ ਹੈ ਜਿਹੜਾ ਗਲਤ ਗੱਲ ਕਰਦਾ। ਜਿਹੜਾ ਡਰ ਤੋਂ ਉੱਪਰ ਲੰਘ ਗਿਆ,
ਉਹ ਨਿਡਰ ਹੋ ਜਾਂਦਾ ਹੈ, ਕਿਉਂਕਿ ਵਾਹਿਗੁਰੂ ਜੋ ਹੈ, ਵਾਹਿਗੁਰੂ ਦਾ ਨਾਮ ਜਪ ਕੇ ਨਿਰਭਉ ਸ਼ਕਤੀ ਅੰਦਰ ਆ ਜਾਂਦੀ ਹੈ। ਉਹ ਡਰ ਖਤਮ ਹੋ ਜਾਂਦਾ, ਨਾ ਮੌਤ ਦਾ ਡਰ ਰਹਿੰਦਾ ਹੈ, ਨਾ ਕਿਸੇ ਹੋਰ ਚੀਜ਼ ਦਾ ਡਰ ਰਹਿੰਦਾ ਹੈ। ਮਹਾਰਾਜ ਕਹਿੰਦੇ ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤਾ। ਕਉ ਨਾਨਕ ਸੁਣ ਰਹੇ ਮਨਾ, ਗਿਆਨੀ ਤਾਹੇ ਵਿਖਾਨ। ਗਿਆਨੀ ਗਿਆਨਵਾਨ ਦੀ ਅਵਸਥਾ ਇਹੀ ਹੁੰਦੀ ਹੈ, ਨਾ ਡਰਨਾ ਤੇ ਨਾ ਕਿਸੇ ਨੂੰ ਡਰ ਦੇਣਾ। ਸੋ ਕਹਿਣ ਲੱਗੇ ਡਰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਸੀਂ ਕੋਈ ਗੱਲ ਕਰੀਏ ਮਾੜੀ ਵੀ ਅਸੀਂ ਡਰੀਏ, ਜਾਂ ਕੁਛ ਕਰਿਆ ਹੀ ਨਹੀਂ ਹੈ, ਫਿਰ ਡਰ ਕਿਸ ਗੱਲ ਦਾ। ਜਦੋਂ ਇਹ ਬਚਨ ਸੁਣੇ, ਸੁਨ ਕਰ ਸਵਾ ਸਕਲ ਵਿਸਮਾਈ, ਇਹ ਬਾਰ ਕਿਆ ਸਮਝ ਸਵਾਈ। ਕਹਿਣ ਲੱਗੇ ਕਿੰਨੀ ਸਮਝ ਹੈ ਛੋਟੇ ਛੋਟੇ ਬੱਚਿਆਂ ਨੂੰ, ਕਮਾਲ ਦੀ ਗੱਲ ਹੈ। ਕਿਹੜੇ ਵੇਲੇ ਇਹਨਾਂ ਨੇ ਗੱਲਾਂ ਸਿੱਖ ਲੀਆਂ। ਉਸ ਵੇਲੇ ਨਵਾਬ ਵਿਚਾਰ ਕਰਨ ਲੱਗ ਗਿਆ ਕੁਛ। ਕਹਿਣ ਲੱਗੇ ਇਹਨਾਂ ਬੱਚਿਆਂ ਨੇ ਕਸੂਰ ਤਾਂ ਕੋਈ ਕਰਿਆ ਨਹੀਂ ਹੈ। ਕਾਜੀ ਨੂੰ ਕਿਹਾ ਵੀ ਕੋਈ ਦੇਖ ਤਾਂ ਦਫਾ ਲੱਗਦੀ ਹੈ ਇਹਨਾਂ ਦੇ ਉੱਤੇ, ਕੋਈ ਚਾਰਜ ਲੱਗਦਾ। ਉਸ ਵੇਲੇ ਕਾਜੀ ਨੇ ਸੋਚਿਆ, ਸੋਚ ਕੇ ਕਹਿਣ ਲੱਗਿਆ ਨਵਾਬ ਸਾਹਿਬ ਇਹਨਾਂ ਤੇ ਚਾਰਜ ਕੋਈ ਨਹੀਂ ਲੱਗਦਾ। ਬਾਕੀ ਇਹ ਹੈ ਕਿ ਇਹਨਾਂ ਦੀ ਉਮਰ ਅਜੇ ਇੰਨੀ ਨਹੀਂ ਹੈ ਵੀ ਇਹਨਾਂ ਉੱਤੇ ਦੋਸ਼ ਲਾ ਦਿੱਤਾ ਜਾ। ਇਹ ਠੀਕ ਹੈ ਕਹਿੰਦੇ ਨੇ ਵੀ ਡਰੀਏ ਅਸੀਂ ਤਾਂ ਜੇ ਗਲਤ ਗੱਲ ਕਰੀ ਹੋਵੇ। ਆਹ ਤਾਂ ਕੁਰਾਨ ਸ਼ਰੀਫ ਦੇ ਅੰਦਰ ਆਉਂਦਾ ਹੀ ਨਹੀਂ ਹੈ ਕੋਈ ਜੇ ਦਫਾ ਲੱਗ ਜਾਵੇ। ਫਿਰ ਇਹ ਬੱਚੇ ਆਪਣੇ ਧਰਮ ਦੇ ਮੁਤਾਬਕ ਫਤਿਹ ਬੁਲਾਉਂਦੇ ਨੇ, ਆਹ ਵੀ ਦੋਸ਼ ਨਹੀਂ ਲੱਗਦਾ। ਫਿਰ ਛੋਟੇ ਬੱਚੇ ਨੇ, ਨਾ ਇਹਨਾਂ ਨੂੰ ਲੜਨ ਦਾ ਪਤਾ ਹੈ, ਨਾ ਲੜਨ ਦਾ ਪਤਾ ਹੈ, ਨਾ ਇਹ ਪਤਾ ਵੀ ਲੜਨ ਦੇ ਨਤੀਜੇ ਕੀ ਹੁੰਦੇ ਨੇ, ਨਾ ਇਹ ਪਤਾ ਹੈ ਨਾ ਲੜਨ ਦਾ ਕੀ ਹੁੰਦਾ। ਇਹ ਸ਼ੀਰਖੋਰ ਬੱਚੇ ਨੇ, ਇਹਨਾਂ ਨੇ ਕੁਛ ਵਿਗਾੜਿਆ ਨਹੀਂ ਹੈ। ਨਵਾਬ ਕਹਿਣ ਲੱਗਿਆ ਫਿਰ ਜੇ ਇਸਲਾਮ ਦੇ ਵਿੱਚ ਆ ਜਾਣ, ਫਿਰ ਇਹਨਾਂ ਦਾ ਬੜਾ ਆਦਰ ਸਤਿਕਾਰ ਹੋਵੇ, ਬੜੇ ਅਹੁਦੇ ਮਿਲ ਜਾਣ। ਤੇ ਜੇ ਇਹ ਗੱਲ ਹੋ ਜਾਵੇ ਫਿਰ ਬਹੁਤ ਵੱਡੀ ਬਾਤ ਹੈ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਸੀਗਾ ਕੁਦਰਤੀ ਤੌਰ ਦੇ ਉੱਤੇ ਦੂਸਰੇ ਧਰਮਾਂ ਨੂੰ ਉਹ ਮੰਨਦੇ ਨਹੀਂ ਸੀਗੇ। ਉਹਨਾਂ ਦਾ ਸੀ ਵੀ ਇਹ ਜਿਹੜੇ ਲੋਕ ਨੇ ਨਾ, ਇਹ ਪਰਮੇਸ਼ਰ ਤੋਂ ਬੇਮੁਖ ਹੋ ਕੇ ਮੂਰਤਾਂ ਵਗੈਰਾ ਨੂੰ ਮੰਨਦੇ ਨੇ ਤੇ ਕੁਫਰ ਕਰਦੇ ਨੇ। ਕੁਫਰ ਕਰਕੇ ਕਾਫਰ ਨੇ, ਇਹ ਨਰਕਾਂ ਨੂੰ ਜਾਣਗੇ। ਇਸਲਾਮ ਵਿੱਚ ਲਿਆ ਦਿੱਤੇ ਜਾਣ ਜੋ ਧਰਮ ਹੈ। ਸੋ ਉਹਨਾਂ ਨੇ ਜਿਸ ਵਕਤ ਇਹ ਗੱਲ ਕਹੀ, ਉਸ ਵੇਲੇ ਸਾਹਿਬਜ਼ਾਦੇ ਕਹਿਣ ਲੱਗੇ ਵੀ ਕਿਹੜੀ ਚੀਜ਼ ਨੂੰ ਤੁਸੀਂ ਮੁਸਲਮਾਨ ਬਣਾਉਣਾ ਚਾਹੁੰਦੇ ਹੋ? ਆਤਮਾ ਦਾ ਤਾਂ ਕੋਈ ਜੋ ਹੈ ਉਹਦਾ ਕੋਈ ਧਰਮ ਨਹੀਂ ਹੋਇਆ ਕਰਦਾ, ਨਾ ਹਿੰਦੂ ਹੁੰਦੀ ਹੈ, ਨਾ ਮੁਸਲਮਾਨ, ਨਾ ਉਹ ਸਿੱਖ ਹੁੰਦੀ ਹੈ, ਨਾ ਈਸਾਈ ਹੁੰਦੀ ਹੈ। ਉਹ ਤਾਂ ਆਤਮਾ ਹੀ ਹੈ। ਬਾਕੀ ਹੈ ਜਿਸ ਤਰੀਕੇ ਦੇ ਨਾਲ ਬੇਅੰਤ ਤਰੀਕੇ ਨੇ ਪਰਮੇਸ਼ਰ ਨੂੰ ਮਿਲਣ ਦੇ, ਧਰਮ ਤਾਂ ਧਾਰੀਦਾ ਵੀ ਇਹਦੇ ਵਿੱਚ ਜਾ ਕੇ ਪਰਮੇਸ਼ਰ ਛੇਤੀ ਮਿਲ ਜੂ। ਸੋ ਹੁਣ ਤਾਂ ਇਹ ਹੋ ਨਹੀਂ ਸਕਦਾ, ਇਹ ਬਦਲਿਆ ਨਹੀਂ ਜਾ ਸਕਦਾ। ਹੁਣ ਨਾਮਦੇਵ ਜੀ ਨੂੰ ਜਿਸ ਵਕਤ ਫੜ ਲਿਆਂਦਾ ਤੇ ਗਊ ਮਾਰ ਕੇ ਅੱਗੇ ਰੱਖ ਦਿੱਤੀ, ਉਸ ਵੇਲੇ ਕਿਹਾ ਕਿ ਨਾਮਦੇਵ 3 ਸ਼ਰਤਾਂ ਨੇ। ਪਹਿਲੀ ਹੈ ਕਿ ਗਊ ਜਿਉਂਦੀ ਕਰ ਦੇ, ਦੂਸਰੀ ਇਹ ਹੈ ਕਿ ਜੇ ਜਿਉਣਾ ਹੈ ਤਾਂ ਇਸਲਾਮ ਵਿੱਚ ਆ ਜਾ, ਤੇ ਤੀਸਰੀ ਗੱਲ ਇਹ ਹੈ ਕਿ ਫਿਰ ਤੈਨੂੰ ਜਿੱਥੇ ਗਊ ਮਰੀ ਹੋਈ ਹੈ ਉਹਦੇ ਨਾਲ ਹੀ ਤੈਨੂੰ ਮਾਰ ਦੇਣਾ। ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਕਿ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈ, ਗਊ ਮੈਂ ਨਹੀਂ ਜਿਉਂਦੀ ਕਰ ਸਕਦਾ, ਉਹ ਪਰਮੇਸ਼ਰ ਨੇ ਕਰਨੀ ਹੈ। ਬਾਕੀ ਜਿਹੜੀ ਤੁਸੀਂ ਮੇਰੇ ਜਿਉਣ ਵਾਸਤੇ ਸ਼ਰਤ ਰੱਖੀ ਆ ਉਹ ਮੈਨੂੰ ਮਨਜ਼ੂਰ ਨਹੀਂ ਹੈ। ਤੀਸਰੀ ਸ਼ਰਤ ਜਿਹੜੀ ਆ ਉਹ ਠੀਕ ਹੈ, ਮੈਂ ਉਹਦੇ ਵਾਸਤੇ ਤਿਆਰ ਹਾਂ। ਉਸ ਵੇਲੇ ਮਾਤਾ ਆਉਂਦੀ ਹੈ, ਮਾਂ ਆ ਕੇ ਕਹਿਣ ਲੱਗੀ ਨਾਮਦੇਵ ਕਾਹਨੂੰ ਤੂੰ ਜਾਨ ਗਵਾਉਣਾ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਵੀ ਖੁਦਾ ਖੁਦਾ ਕਰ ਲੈ, ਇੱਕ ਰਾਮ ਰਾਮ